ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਧਨ ਕਜ ਬੰਧਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸਮਤ ਪਰਿਕਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋੜੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਿਨਾਸਨ ਸੋਏ ਦੋਹਰਾ श्री कलगीधर निकट गए तब दौलत जाए बताई प्रभ जी पुर की पौर अगर की किन्हे बनत बनाई। वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार कृपा बख्शिश का सदका पिछले पैरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां विचारां सरवण कर रहे सी जिस वेले पहाड़िए तुर्क आदि सारे धन धन श्री गुरु गोबिंद सिंह महाराज जी नाल लड़ते हुए हंब गए थक गए और बार बार अपनियां बेअंत फौजां का नुकसान करवाया। फिर उन्होंने सोचा भी असी लड़के तो पूरे आ नहीं सकते, गुरु कीयां फौजां ने साडियां बहुत सारिया फौजां का नुकसान कर दिता है, मार दित्तियां हन, पर इन्हां दा कोई बहुता असी नुकसान नहीं कर सके। हुण की कीता जावे ते इन्हां ने सलाह कीती आ कोई होर जुगती वरतो। साम दाम दंड भेद इन्हां ने चाहे जुगतियां वरत के देख लिया। हुण इन्हां दे कोल एक पम्मा नाम दा ब्राह्मण है, पम्मा परोहत भी उन्होंने कहा, पम्मा वो ब्राह्मण होना है, और इन्हां पहाड़ियां दा एक परोहत है, वजीर भी है। और ये कह लगे एक जुगत है कि गुरु साहब धर्म नूं बड़ी तरजीह दिंदे है, जे आपां धर्म दी सौं पा दईए ते शायद वो जाण वास्ते मन जाणगे। तो उसने सारी ब्योंत बनाई है। फिर उसने एक आटे की गां बना करके, जो आनंदपुर साहब जी का परला गेट है बाजार वाले पासे किले का, उस गेट के सामने लिया करके उस आटे की गां नूं रखिया है, और कोल ही एक चिट्ठी लिख के रख दी है कि असी तुहानू बेनती करते हैं, गौ की सौं पाने आ, तुसी किरपा करके किला छड्ड के चले जाओ, असी तुहानू कुछ नहीं कहांगे, असी औरंगजेब नूं कहण जोगे हो जावांगे भी असी उन्हां नूं आनंदपुर चों कढ़ दिता। फिर तुसी भावें कुछ समय बाद आके रह पयो। उस वेले सतगुरां दे नाल इन्हां दीयां काफ़ी गल्लां बातां भी होईयां, भावें कि इत्थे संखेप विच ही लिखिया है।
ਸਿੰਘਾਂ ਨੇ ਵੀ ਕਿਹਾ ਪਾਤਸ਼ਾਹ ਆਪਾਂ ਕਿਲਾ ਛੱਡ ਦਈਏ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਦੀਆਂ ਕਸਮਾਂ ਦਾ ਕੋਈ ਭਰੋਸਾ ਨਹੀਂ ਹੈ। ਜੇ ਕੋਈ ਤੇਲ ਦੇ ਨਾਲ ਮਾਂ ਨੂੰ ਲਵੇੜ ਕੇ ਤਿਲਾਂ ਦੀ ਬੋਰੀ ਵਿੱਚ ਨੱਪ ਦੇਵੇ, ਫਿਰ ਉਹਨਾਂ ਤਿਲਾਂ ਨੂੰ ਗਿਣ ਲਿਓ ਤੋ ਹਜ਼ਾਰਾਂ ਹੀ ਤਿਲ ਜਿਹੜੇ ਬਾਂਹ ਦੇ ਨਾਲ ਚਿਪਕ ਜਾਣਗੇ। ਇੰਨੀਆਂ ਸੌਹਾਂ ਜੇ ਪਾਉਣ ਤਾਂ ਵੀ ਇਹਨਾਂ ਤੇ ਆਪਾਂ ਨੂੰ ਭਰੋਸਾ ਨਹੀਂ ਕਰਨਾ ਚਾਹੀਦਾ। ਤਾਂ ਗੁਰੂ ਪਿਆਰਿਓ, ਉਸ ਵੇਲੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਮਰਜ਼ੀ ਆ। ਇਤਿਹਾਸ ਵਿੱਚ ਇੱਥੇ ਭਾਈ ਸੰਤੋਖ ਸਿੰਘ ਨੇ ਥੋੜਾ ਸੰਖੇਪ 'ਚ ਹੀ ਲਿਖਿਆ, ਪਰ ਜਿਵੇਂ ਹਿਰਦੇ ਤੋਂ ਹਿਰਦੇ ਗੱਲਾਂ ਚੱਲਦੀਆਂ, ਵਿਚਾਰਾਂ ਚੱਲਦੀਆਂ ਬਈ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਚੰਗਾ ਫਿਰ ਪਹਿਲਾਂ ਅਸੀਂ ਆਪਣਾ ਜਿਹੜਾ ਹੈ ਨਾ ਇੱਥੋਂ ਸੰਪਤੀ ਜਿਹੜੀ ਹੈ ਸੋਨਾ ਚਾਂਦੀ ਹੀਰੇ ਜਵਾਹਰਾਤ ਆਦਿ ਇਹ ਕੱਢਾਂਗੇ। ਜੇ ਕਿਸੇ ਨੇ ਉਸ ਨੂੰ ਹੱਥ ਪਾਇਆ ਤੇ ਫਿਰ ਅਸੀਂ ਨਹੀਂ ਛੱਡਣਾ ਕਿਲਾ। ਉਹ ਕਹਿਣ ਲੱਗੇ ਜੀ ਠੀਕ ਆ। ਅਸਲ ਵਿੱਚ ਸਿੱਖਾਂ ਨੂੰ ਇਹ ਜੱਜਮੈਂਟ ਕਰਾਉਣੀ ਸੀ ਕਿ ਇਹਨਾਂ ਦੀਆਂ ਕਸਮਾਂ ਕਿੰਨੀਆਂ ਕੁ ਸੱਚੀਆਂ ਪੱਕੀਆਂ। ਉਹਨਾਂ ਗੱਡਿਆਂ ਅਤੇ ਖੱਚਰਾਂ ਦੇ ਉੱਪਰ ਕੁਝ ਅੰਦਰੋਂ ਟੁੱਟਿਆ ਭੱਜਿਆ ਸਮਾਨ ਜੋ ਕੰਮ ਦਾ ਨਹੀਂ ਸੀ, ਉਹ ਗੱਡੀਆਂ ਵਿੱਚ ਖੱਚਰਾਂ ਵਿੱਚ ਭਰ ਕੇ ਉੱਤੋਂ ਚੰਗੇ ਸੁੰਦਰ ਦਸ਼ਾਲੇ ਪਾ ਕੇ ਬਾਹਰ ਕੱਢ ਦਿੱਤੀਆਂ। ਪਰ ਥੋੜੀ ਦੂਰੀ ਤੇ ਜਾਂਦਿਆਂ ਹੀ ਇਹਨਾਂ ਪਹਾੜੀਆਂ ਨੇ, ਤੁਰਕਾਂ ਨੇ ਉਹਨਾਂ ਖੱਚਰਾਂ ਘੋੜਿਆਂ ਨੂੰ ਗੱਡੀਆਂ ਨੂੰ ਲੁੱਟ ਲਿਆ। ਕੋਈ ਆਪਣੀ ਤਾਕਤ ਮੁਤਾਬਕ ਖੱਚਰ ਘਰ ਨੂੰ ਲੈ ਗਿਆ, ਕੋਈ ਗੱਡਾ ਲੈ ਗਿਆ। ਉੱਥੇ ਤਾਂ ਨਾ ਛੇੜੀਆਂ ਕਿਸੇ ਨੇ, ਉਵੇਂ ਜਿਵੇਂ ਲੱਦਿਆ ਲਦਾਇਆ ਸਮਾਨ ਘਰੇ ਲੈ ਗਏ। ਜਦ ਘਰੇ ਜਾ ਕੇ ਇਹਨਾਂ ਨੇ ਗੁਰੂ ਪਿਆਰਿਓ ਉਹਨਾਂ ਤੋਂ ਕੱਪੜੇ ਲਾਹੇ ਤੇ ਬੜੇ ਸ਼ਰਮਸ਼ਾਰ ਹੋਏ ਵੀ ਨਾਲੇ ਸਾਡਾ ਭੇਦ ਖੁੱਲ ਗਿਆ, ਨਾਲੇ ਸਾਡੇ ਹੱਥ ਕੁਛ ਨਹੀਂ ਆਇਆ। ਇਹਨਾਂ ਵਿੱਚ ਤਾਂ ਟੁੱਟਿਆ ਭੱਜਿਆ ਕਬਾੜ ਦਾ ਸਮਾਨ ਹੈ, ਰੋੜੇ ਰੱਪੇ ਇੱਟਾਂ ਡਲੇ, ਔਰ ਇਹ ਬੜੇ ਸ਼ਰਮਸ਼ਾਰ ਹੋਏ। ਬਾਦਸ਼ਾਹ ਨੇ ਸਿੰਘਾਂ ਨੂੰ ਵਿਖਾ ਦਿੱਤਾ ਕਿ ਬਸ ਇੰਨੀਆਂ ਕੀ ਕਸਮਾਂ ਇਹਨਾਂ ਦੀਆਂ ਪੱਕੀਆਂ, ਜਿਸ ਤਰ੍ਹਾਂ ਆਪਣੇ ਗੱਡੇ ਖੋਹ ਕੇ ਲੈ ਗਏ ਸਿੱਖਾਂ ਦੇ ਕੋਲੋਂ। ਪਰ ਫਿਰ ਵੀ ਸਿੰਘਾਂ ਨੇ, ਸੰਗਤਾਂ ਨੇ, ਮਾਤਾ ਜੀ ਹੋਰਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕੋਈ ਗੱਲ ਨਹੀਂ ਆਪਾਂ ਫਿਰ ਆ ਜਾਵਾਂਗੇ। ਤੇ ਬਾਰ-ਬਾਰ ਸਿੰਘਾਂ ਦੇ ਕਹਿਣ ਤੇ ਸਤਿਗੁਰਾਂ ਨੇ ਫਿਰ ਸਲਾਹ ਕਰ ਲਈ ਆ ਵੀ ਚਲੋ ਚੱਲੀਏ। ਪਰਮੇਸ਼ਰ ਦਾ ਇਹੀ ਭਾਣਾ ਹੋਣਾ, ਫਿਰ ਨਿਕਲਣਾ ਹੀ ਪੈਣਾ ਕਿਲੇ ਦੇ ਵਿੱਚੋਂ। ਅੱਗੇ ਜੋ ਕੌਤਕ ਵਰਤਨੇ ਆ ਉਹ ਕਿਲੇ ਚੋਂ ਬਾਹਰ ਨਿਕਲ ਕੇ ਹੀ ਵਰਤਨੇ ਆ, ਅੰਦਰ ਇਹ ਆ ਨਹੀਂ ਸਕਦੇ। ਤੇ ਉਹਨਾਂ ਚਿਰ ਜਿਹੜੀ ਆਉਣ ਵਾਲੇ ਸਮੇਂ ਦੀ ਕਹਾਣੀ ਉਹ ਕਿਵੇਂ ਬਣੇਗੀ, ਇਸ ਕਰਕੇ ਸਤਿਗੁਰਾਂ ਨੇ ਕਿਲੇ ਚੋਂ ਬਾਹਰ ਨਿਕਲਣ ਦੀਆਂ ਸਲਾਹਾਂ ਕੀਤੀਆਂ। ਔਰ ਹੁਣ ਕਿਲੇ ਦੇ ਵਿੱਚੋਂ ਬਾਹਰ ਨਿਕਲਦੇ ਆ ਤੇ ਬਾਹਰ ਨਿਕਲਦਿਆਂ ਹੀ ਇਹ ਤੁਰਕ ਤੇ ਪਹਾੜੀਏ ਕੀ ਕਰਦੇ ਨੇ, ਇਹ ਵਿਚਾਰਾ ਅੱਜ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ श्री कल की तर निकट गए तब दौलत जाए बताई। ਕਹਿੰਦੇ ਜਦੋਂ ਹੀ ਕੁਝ ਸਿੱਖਾਂ ਨੇ ਕਿਲੇ ਦੇ ਗੇਟ ਦੇ ਉੱਪਰ ਇੱਕ ਆਟੇ ਦੀ ਗਊ ਖੜੀ ਦੇਖੀ ਆ, ਸੁੱਕ ਗਈ ਤੇ ਉਹਦੇ ਗਲ ਵਿੱਚ ਇੱਕ ਰੱਸੀ ਜੀ ਲਮਕਾ ਦਿੱਤੀ ਆ, ਔਰ ਉਸ ਦੇ ਕੋਲ ਇੱਕ ਚਿੱਠੀ ਲਿਖ ਕੇ ਰੱਖ ਦਿੱਤੀ ਆ। ਸਿੱਖਾਂ ਨੇ ਵੇਖੀ ਤੇ ਅੰਦਰ ਜਾ ਕੇ ਸਿੱਖਾਂ ਨੇ ਗੁਰੂ ਸਾਹਿਬ ਨੂੰ दसना कीता है जी। रावजीपुर के पौर अगर की किन्हे बनत बनाए। महाराज नंद साहबपुर साहब दे किले दे गेट दे ऊपर किसी ने पता नहीं की ये जुगत बनाई है, बनत बनाई है, ब्योंत बनाई है। कागज धरे न हम कर छुओ चाहो जे देहो मगवाई। महाराज गेट दे कोल एक तां आटे दी गां बनाई हुई है, एक कागज पिया ओदे उत्ते कुछ लिखे है, जे कहो ता लियाइए। तेन चुन के लिंब तरी कर कछु न जाने जाए। और उस कागज दे कोल काटे दी गां बना करके रखी हुई है। सुन प्रभु दास पठ्यो पुर पौर है जाए तबे ले आवा।
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਕੀ ਲਿਖਿਆ ਉਹ ਕਾਗਜ਼ ਦੇ ਉੱਤੇ, ਜਾਓ ਲੈ ਕੇ ਆਓ। ਕਾਗਦ ਤਵੇ ਪੜਾਵਣ ਕੀਨਾ, ਜਬ ਲਿਖਿਓ ਸੁਨ ਪਾਵਾ। ਔਰ ਸਿੱਖ ਨੂੰ ਕਹਿੰਦੇ ਕੀ ਲਿਖਿਆ ਸੁਣਾ, ਤਾਂ ਸਿੱਖ ਨੇ ਪੜ ਕੇ ਸੁਣਾਉਣਾ ਕੀਤਾ ਹੈ ਜੀ। ਆਵ ਨਾ ਕੋ ਕੀ ਸਹਿ ਨਾ ਸਕੇ ਪ੍ਰਭ, ਤਦ ਚਿਨ ਕੀਨ ਸਤਿਆਰੀ। ਤੋ ਉਸ ਤੇ ਲਿਖਿਆ ਸੀ ਮਹਾਰਾਜ ਸਾਨੂੰ ਗੌਰੀ ਸਹੁੰ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਕਿਰਪਾ ਕਰਕੇ ਇਹ ਕਿਲਾ ਆਨੰਦਪੁਰ ਦਾ ਆਪੇ ਛੱਡ ਕੇ ਚਲੇ ਜਾਓ, ਜਿੱਧਰ ਮਰਜੀ ਚਲੇ ਜਾਓ, ਆਨੰਦਪੁਰ ਖਾਲੀ ਕਰ ਦਿਓ, ਫਿਰ ਜਦੋਂ ਮਰਜੀ ਇੱਧਰ ਆ ਜਾਇਓ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਿੱਖੋ, ਕੁਛ ਕਰਨ ਕੋ ਬਜੁਦ ਮਾਮਾ, ਸਭ ਕੀ ਸ਼ਤਰੂ ਤੁਨ ਡਾਰੀ। ਔਰ ਸ਼ਰੁੱਤ ਕਹਿੰਦੀ ਹੈ ਕੰਨਾਂ ਨੂੰ। ਤੇ ਜਦੋਂ ਪਾਤਸ਼ਾਹ ਜੀ ਨੇ ਫਿਰ ਤਿਆਰੀ ਕੀਤੀ ਆ ਸਾਰੀ ਸਿੱਖਿਆ ਦੇ ਕੇ ਸਿੱਖਾਂ ਨੂੰ, ਤਾਂ ਤਿਆਰੀ ਕੀਤੀ ਕਿ ਚਲੋ ਸਿੱਖੋ ਫਿਰ ਆਪਾਂ ਇਹ ਕਿਲਾ ਛੱਡ ਦਈਏ ਜੀ। ਗਜ ਬਾਜਨ ਪਰ ਜੀਨ ਪਵਾਏ, ਕਰਿਓ ਤਿਆਰ ਸਰਬੰਸਾ। ਔਰ ਸਾਰਿਆਂ ਨੂੰ ਤਿਆਰ ਕਰ ਲਿਆ, ਹਾਥੀਆਂ ਘੋੜਿਆਂ ਤੇ ਕਾਠੀਆਂ ਪਾ ਲਈਆਂ। ਔਰ ਗੁਰੂ ਪਿਆਰਿਓ ਸਤਿਗੁਰਾਂ ਨੇ ਕੂਚ ਕਰਨ ਦਾ ਹੁਕਮ ਦੇ ਦਿੱਤਾ ਹੈ। ਨਗਾਰੇ ਤੇ ਚੋਟ ਲੱਗੀ ਹੈ। ਉਹਦੇ ਸਿੰਘ ਯਰ ਆਦ ਦਿਆ ਸਿੰਘ, ਮਿਲੇ ਪ੍ਰਿੰਦ ਜਿਮ ਹੰਸਾ। ਔਰ ਸਾਰੇ ਹੰਸਾਂ ਵਰਗੇ ਸਿੰਘ ਗੁਰੂ ਕੇ ਸਾਰੇ ਇਕੱਠੇ ਹੋ ਗਏ। ਭਾਈ ਦਇਆ ਸਿੰਘ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ ਵਰਗੇ। ਚਰਨ ਸਰੋਜਨ ਪਰ ਕਰ ਬੰਦਨ, ਹਾਥ ਬੰਦ ਕਰ ਪਾਖਾ। ਔਰ ਸਿੰਘ ਕਹਿਣ ਲੱਗੇ ਪਾਤਸ਼ਾਹ ਬੇਨਤੀ ਹੈ, ਪ੍ਰਭ ਜੀ ਕਿਮ ਤਿਆਰੀ ਕਰਵਾਈ, ਕਹਾ ਚਲਨ ਅਭਿਲਾਖਾ। ਕੀ ਗੱਲ ਤੁਸੀਂ ਐਡੀ ਜਲਦੀ ਤੇਜ਼ੀ ਦੇ ਨਾਲ ਕਿਉਂ ਤਿਆਰੀ ਕਰਵਾ ਲਈ ਜੀ? ਕਾਜੀ ਮਤ ਕੇ ਕਮਤ ਪਹਾਰੀ, ਦਿਨੋਂ ਪ੍ਰਪੰਚ ਪਸਾਰਾ। ਕੀ ਹੋ ਗਿਆ ਜੀ ਇਹਨਾਂ ਪਖੰਡੀਆਂ ਨੇ, ਇਹਨਾਂ ਪਹਾੜੀਆਂ ਨੇ, ਮਾੜੀ ਮਤ ਵਾਲਿਆਂ ਨੇ ਆਪਣਾ ਪਖੰਡ ਰਚਿਆ ਜੀ। ਅਬ ਜਸ ਜਗ ਮੇ ਲਜਤ ਖੀਚੀਐ, ਤੁਮਕੋ ਚਾਹਤ ਨਿਕਾਰਾ। ਅਸਲ ਦੇ ਵਿੱਚ ਮਹਾਰਾਜ ਇਹ ਬੜੇ ਸ਼ਰਮਸ਼ਾਰ ਹੋ ਗਏ ਹਨ, ਖਿਜ ਗਏ ਹਨ, ਤੇ ਤੁਹਾਨੂੰ ਇਹ ਜੁਗਤੀ ਨਾਲ ਆਨੰਦਪੁਰ ਚੋਂ ਕੱਢਣਾ ਚਾਹੁੰਦੇ ਹਨ। ਪਾਪ ਪੁਨ ਦੁਖ ਸੁਖ ਹੈ ਦੁੰਦ ਜੋ, ਹਰ ਇੱਕ ਸੋਗ ਨਹਿ ਦੋ। ਤੁਸੀਂ ਤਾਂ ਇਹਨਾਂ ਚੀਜ਼ਾਂ ਤੋਂ ਪਰੇ ਹੋ, ਨਾ ਦੁੱਖ ਤੋਂ ਨਾ ਸੁੱਖ ਤੋਂ ਡਰਦੇ ਹੋ, ਨਾ ਦੁੱਖ ਤੋਂ ਡਰਦੇ ਹੋ, ਪਾਪ ਪੁੰਨ ਤੋਂ ਪਰੇ ਹੋ। ਤੁਸੀਂ ਮਹਾਰਾਜ ਨਾ ਚੱਲੀਏ ਆਪਾਂ। ਗੁਰੂ ਪੁਰਖ ਕੋ ਤੈ ਥਲ ਵਾਸਾ, ਜਹਾਂ ਨਾ ਪਹੁੰਚੇ ਕੋ। ਜਿੱਥੇ ਤੁਹਾਡਾ ਵਾਸਾ ਹੈ ਇੱਥੇ ਕੌਣ ਆ ਸਕਦਾ ਹੈ ਮਹਾਰਾਜ? ਹਿਮ ਸ਼ਤਰੂ ਕੀ ਸਬਤ ਦਇ ਤੇ, ਉਚਿਤ ਨਾ ਕਿਤਹੁ ਜਾਣਾ। ਮਹਾਰਾਜ ਤੁਸੀਂ ਇਹਨਾਂ ਦੁਸ਼ਟਾਂ ਦੀ ਇਹ ਗਾਂ ਦੀ ਸਹੁੰ ਪਾਉਣ ਤੇ ਕਿਉਂ ਜਾਣ ਦੀ ਸਲਾਹ ਕਰ ਲਈ ਜੀ? ਦੋਖੀ ਤੁਮਰੇ ਪਾਪ ਮਤੀ ਨਿਤ, ਬਹਿ ਫਲ ਹੋਇ ਹਾਨਾ। ਇਹ ਜੋ ਸਾਡੇ ਗੁਰੂ ਘਰ ਦੇ ਦੋਖੀ ਹਨ, ਮਾੜੀ ਮਤ ਹੈ ਪਾਪਾਂ ਦੀ ਭਰੀ ਹੋਈ, ਆਪੇ ਭੋਗਣਗੇ। ਸਬਤ ਦੋਸ਼ ਤੁਮ ਲਗੇ ਨਾ ਕੋ, ਨਹਿ ਤਜੀਏ ਪੁਰਤਾਮਾ। ਮਹਾਰਾਜ ਆਪਾਂ ਨੂੰ ਕੀ ਹੈ, ਸੋਹਾ ਪਾਉਂਦੇ ਆ ਪਾਈ ਜਾਣਦੇ, ਆਪਾਂ ਆਨੰਦਪੁਰ ਨਾ ਛੱਡੀਏ ਜੀ। ਇਛੇ ਪ੍ਰਬਲ ਹੋਏ ਰਿਪ ਪਰ ਹੈ, ਲਾਖੋ ਸੰਗਰ ਕਾਮਾ। ਕਿਤੇ ਐਸਾ ਨਾ ਹੋਵੇ ਇਹ ਸਾਨੂੰ ਕਿਲੇ ਚੋਂ ਬਾਹਰ ਕੱਢ ਕੇ ਸਾਡੇ ਤੇ ਹਮਲਾ ਕਰ ਦੇਣ, ਫਿਰ ਜੰਗ ਹੋ ਜਾਵੇ ਜੀ। ਸੁਨ ਕਲ ਗੀਤਰ ਸਭ ਸਨ ਪਾਖਿਓ, ਕੋ ਜਥਾਰਥ ਬਾਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗੱਲ ਤੁਹਾਡੀ ਠੀਕ ਹੈ। ਕੋ ਵਿਚਾਰੋ ਲਾਖੋ ਸ਼ਤਰੂ, ਹਾਰ ਪਰੀ ਸਭ ਭਾਂਤੀ। ਤੁਹਾਨੂੰ ਪਤਾ ਹੀ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ ਸਾਡੇ ਤੇ ਚੜ ਕੇ ਆਏ ਨੇ। ਕਈ ਵਾਰੀ ਭੰਗਾਣੀ ਦੀ ਜੰਗ ਤੋਂ ਸ਼ੁਰੂ ਹੋਇਆ, ਪਹਿਲੀ ਜੰਗ ਭੰਗਾਣੀ ਦੀ ਜੰਗ ਹੋਈ ਸੀ ਜਦੋਂ ਪੌਂਡਾ ਸਾਹਿਬ ਵਸਾਇਆ ਸੀ, ਪਰ ਹਾਰ ਕੇ ਗਏ ਹਨ। ਤਜੇ ਸ਼ਾਸਤਰ ਖਗ ਤੋਪ ਤੋਪ ਕਸਰ, ਭੈ ਦੀਨ ਕਗ ਆਏ। ਔਰ ਅੱਜ ਉਹ ਨਿਮਾਣੇ ਹੋ ਗਏ ਹਨ, ਸ਼ਾਸਤਰ ਛੱਡ ਕੇ ਹੱਥ ਬੰਨ ਕੇ ਸੌਹਾਂ ਪਾਉਂਦੇ ਹਨ। ਅਬ ਰੁਪਾਏ ਬਨਿਓ ਨਹਿ ਕੋ, ਬਲ ਕੋ ਤਜ ਸਮਝਾਏ। ਔਰ ਜਦੋਂ ਉਹਨਾਂ ਤੋਂ ਕੋਈ ਵੀ ਉਪਾਅ ਨਹੀਂ ਬਣਿਆ, ਸਾਮ ਦਾਮ ਦੰਡ ਭੇਦ ਉਹਨਾਂ ਦੇ ਕੰਮ ਨਹੀਂ ਆਏ, ਤੇ ਅੱਜ ਘਿਘਿਆਉਂਦੇ ਹਨ, ਮਿੰਨਤਾਂ ਕਰਦੇ ਹਨ ਕਿ ਸਾਡੀ ਰੱਖ ਲਓ ਤੇ ਤੁਸੀਂ ਕਿਰਪਾ ਕਰਕੇ ਕਿਲਾ ਛੱਡ ਕੇ ਚਲੇ ਜਾਓ। ਖੈਰੇ ਗੁਰੂ ਦਾ ਇੱਕ ਸੁਭਾਅ ਵੀ ਹੈ, ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਦਾ।
ਹੁਣ ਉਹਨਾਂ ਨੇ ਕਹਿੰਦੇ ਮਿੰਨਤਾਂ ਕੀਤੀਆਂ ਹਨ ਸੌਹਾਂ ਪਾ ਕੇ। ਹੋਏ ਰੰਗ ਸਮਦਈ ਸਪਤ ਗੋ ਹੈ ਜੋ ਰਾਜ ਸਮਾਚਾਰ। ਔਰ ਇੱਕ ਗਰੀਬ ਗਊ ਦੀ ਦਿੱਤੀ ਹੋਈ ਕਸਮ ਨੂੰ ਅਸੀਂ ਮੰਨਦੇ ਹਾਂ, ਕਿਉਂਕਿ ਰਾਜ ਸਮਾਜ ਉੱਤੇ ਤਰਕਾਰ ਹੈ, ਅਫਸੋਸ ਹੈ ਜੇ ਗਊ ਗਰੀਬ ਦੀ ਗੱਲ ਰਾਜਾ ਸੁਣਦਾ ਨਹੀਂ। ਮਮ ਜੈਸੇ ਛਤਰੀ ਨਾ ਮਨ ਹੈ ਤੋ ਕੀ ਨੀਕ ਨਾ ਕਾਜਾ। ਫਿਰ ਮੇਰੇ ਵਰਗਾ ਸੂਰਮਾ ਹੁਣ ਇਹ ਮਾਨੋ ਮਿੰਨਤਾਂ ਕਰਦੇ ਆ, ਹਾਰ ਚੁੱਕੇ ਹਨ। ਫਿਰ ਮੈਂ ਤਾਂ ਇੱਕ ਛਤਰੀ ਹਾਂ, ਮੈਂ ਤਾਂ ਇਹਨਾਂ ਦੀ ਗੱਲ ਮੰਨ ਹੀ ਲੈਂਦਾ ਹਾਂ। ਵਰਤੇ ਚਇਓ ਆਨੰਦਪੁਰ ਲੈਬੇ ਚਲਿਓ ਨਾ ਬੰਸ ਕਿਸ ਭਾਤੀ। ਇਹਨਾਂ ਨੇ ਆਪਣੀ ਤਾਕਤ ਦੇ ਨਾਲ ਸਾਥੋਂ ਆਨੰਦਪੁਰ ਛਡਵਾਉਣਾ ਚਾਹਿਆ ਸੀ, ਪਰ ਇਹ ਹਾਰ ਗਏ ਹਨ। ਅਬ ਨਿਰਬਲਤਾ ਕਰਿ ਬਿਲਾਕੇ ਸਭ ਸੈਲਪ ਬਲ ਸ਼ਾਂਤੀ। ਔਰ ਹੁਣ ਇਹ ਕਮਜ਼ੋਰ ਹੋ ਗਏ ਹਨ, ਮਿੰਨਤਾਂ ਕਰਦੇ ਹਨ, ਇਹਨਾਂ ਦੀ ਸ਼ਕਤੀ ਖਤਮ ਹੋ ਚੁੱਕੀ ਹੈ। ਔਰ ਸਾਡੇ ਕੋਲੋਂ ਆਨੰਦਪੁਰ ਛਡਵਾਉਣ ਦੀ ਇਹਨਾਂ ਦੀ ਜਿਹੜੀ ਇੱਛਾ ਹੈ। ਜੇ ਹਮ ਦੀਨ ਸਬਤ ਨ ਮਾਨੈ ਆਨ ਕੌਣ ਤਬ ਮਾਨੇ। ਚਲੋ ਕੋਈ ਗੱਲ ਨਹੀਂ, ਆਪਾਂ ਇਹਨਾਂ ਦੀ ਇਹ ਜਿਹੜੀ ਮਿਹਨਤ ਹੈ ਮੰਨ ਲੈਂਦੇ ਹਾਂ। ਕਈ ਵਾਰੀ ਸਤਿਗੁਰਾਂ ਨੇ ਇਹਨਾਂ ਦੀ ਗੱਲ ਮੰਨੀ ਹੈ, ਕਈ ਵਾਰੀ ਭੀਮ ਚੰਦ ਵਰਗਿਆਂ ਨੇ ਆ ਕੇ ਗੁਰੂ ਪਿਆਰਿਓ ਮਿੰਨਤਾਂ ਵੀ ਕੀਤੀਆਂ, ਪਰ ਗਲਤੀ ਹੋ ਗਈ, ਪਾਤਸ਼ਾਹ ਫਿਰ ਮਾਫ ਕਰ ਦਿੰਦੇ। ਕਿਉਂਕਿ ਸਤਿਗੁਰ ਦਾ ਇਹ ਬਚਨ ਹੈ, ਆੜੇ ਸੋ ਝੜੇ ਸ਼ਨ ਪਰੇ ਸੋ ਤਰੇ, ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ ਬਿਨ ਸੁਆਮੀ ਸੰਦਾ। ਇਸ ਕਰਕੇ ਸਤਿਗੁਰਾਂ ਨੇ ਆਪਣੇ ਸੁਭਾਅ ਨੂੰ ਅੱਜ ਫਿਰ ਵਰਤਿਆ, ਨਹੀਂ ਛੱਡਿਆ। ਕਹਿੰਦੇ ਕੋਈ ਗੱਲ ਨਹੀਂ, ਅੱਜ ਗਊ ਦੀ ਕਸਮ ਖਾਂਦੇ ਹਨ, ਆਪਣੇ ਧਰਮ ਦੀ ਕਸਮ ਖਾਂਦੇ ਹਨ। ਦਿਆ ਸਿੰਘ ਚਿਤ ਸਮਝ ਵਿਚਾਰੋ ਰਿਪ ਜੀਵਤ ਹਤ ਜਾਣੇ। ਤੋ ਇਹ ਸਮਝ ਲਓ ਦਇਆ ਸਿੰਘ ਜੀ, ਇਹ ਦੁਸ਼ਮਣ ਜਿਉਂਦਾ ਹੀ ਮਰਿਆ ਵਰਗਾ ਹੋ ਚੁੱਕਿਆ ਅੱਜ। ਰਾਜਨ ਕੋ ਜੀਵਨ ਅਬ ਤ੍ਰਿਗ ਹੈ ਸ਼ਾਸਤਰ ਗਹਿਨ ਤ੍ਰਿਗ ਹੋਏ। ਔਰ ਇਹਨਾਂ ਰਾਜਿਆਂ ਦੇ ਤ੍ਰਿਗ ਹੈ ਅੱਜ ਤੋਂ ਬਾਅਦ ਸ਼ਾਸਤਰ ਚੱਕਣਾ। ਜਿਹੜੇ ਸਾਨੂੰ ਸ਼ਾਸਤਰ ਦੇ ਨਾਲ ਨਹੀਂ ਕੱਢ ਸਕੇ, ਅੱਜ ਮਿੰਨਤਾਂ ਕਰਕੇ ਸੌਹਾਂ ਪਾ ਕੇ ਸਾਨੂੰ ਆਨੰਦਪੁਰ ਛੱਡਣ ਤੇ ਮਜਬੂਰ ਹੋਏ ਹਨ। ਅਮਰੋ ਤੋ ਆਨੰਦਪੁਰ ਘਰ ਹੈ ਇਸਮੇ ਅਪਰ ਨ ਕੋਈ। ਔਰ ਸਾਡਾ ਤਾਂ ਆਨੰਦਪੁਰ ਘਰ ਹੈ, ਇਹ ਸਾਥੋਂ ਕੌਣ ਖੋ ਸਕਦਾ ਹੈ ਜੀ। ਚਿੰਤਾ ਕਰੋ ਨਾ ਧਰਮ ਧਰੋ ਨਿਜ ਸਭ ਕਿਛ ਤੁਮਰੇ ਹਾਥਾਂ। ਕੋਈ ਗੱਲ ਨਹੀਂ ਦਇਆ ਸਿੰਘ, ਆਪਾਂ ਆਪਣੇ ਧਰਮ ਤੇ ਕਾਇਮ ਰਹੀਏ। ਇਹਨਾਂ ਨੇ ਆਪਣਾ ਧਰਮ ਛੱਡ ਦਿੱਤਾ ਹੈ, ਇਹਨਾਂ ਦੀ ਮਰਜ਼ੀ, ਤੁਸੀਂ ਚਿੰਤਾ ਨਾ ਕਰੋ, ਆਪਣਾ ਧਰਮ ਨਹੀਂ ਜਾਣਾ ਚਾਹੀਦਾ। ਜਗ ਮੇ ਅਪਜਸ ਰਾਜਨ ਕੀਰਾ ਮਰੇ ਨਰਕ ਦੁਖ ਸਾਖਾ। ਔਰ ਸਮਾਂ ਆਵੇਗਾ ਇਹਨਾਂ ਪਹਾੜੀਆਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣਾ, ਦੁਨੀਆ ਵਿੱਚ ਵੀ ਇਹਨਾਂ ਦਾ ਅਪਜਸ ਹੋਵੇਗਾ। ਅੱਜ ਲਾਹਨਤਾਂ ਪੈਂਦੀਆਂ ਉਹਨਾਂ ਸਾਰੇ ਲੋਕਾਂ ਨੂੰ, ਸਮਾਂ ਆਉਣ ਤੇ ਇਹ ਗੱਲ ਬਣਦੀ ਆ। ਕਹਿਣ ਲੱਗੇ ਆਉਣ ਵਾਲੇ ਸਮੇਂ ਇਹਨਾਂ ਦੀ ਬੜੀ ਬੇਇੱਜ਼ਤੀ ਹੋਣੀ ਆ, ਔਰ ਮਰ ਕੇ ਨਰਕਾਂ ਨੂੰ ਜਾਣਗੇ ਜੀ। ਕਹੇ ਤੇ ਆਦਿਕ ਬਹੁ ਸਮਝਾਏ ਬੌਰ ਨਾ ਸਿੰਘਨ ਭਾਖਾ। ਇਹੋ ਸਤਿਗੁਰੂ ਪਾਤਸ਼ਾਹ ਜੀ ਅਖੀਰ ਸਿੰਘਾਂ ਨੂੰ ਸਭ ਕੁਝ ਸਮਝਾ ਬੁਝਾ ਕੇ ਕਿਲਾ ਛੱਡਣ ਦੀ ਤਿਆਰੀ ਕਰ ਲਈ ਜੀ। ਕਾਰਨ ਕਰਨ ਸਬਰ ਮੇ ਸਮਰੱਥ ਕਰੋ ਜਤਾ ਅਭਿਲਾਖਾ। ਔਰ ਸਤਿਗੁਰੂ ਪਾਤਸ਼ਾਹ ਸਰਵ ਕਲਾ ਸਮਰੱਥ ਹੈ, ਚਾਹਣ ਤਾਂ ਇੱਕ ਚੁਟਕੀ ਵਜਾ ਕੇ ਦੁਨੀਆ ਦਾ ਖਾਤਮਾ ਕਰ ਸਕਦੇ ਹਨ। ਇਹ ਤਾਂ ਗੁਰੂ ਪਿਆਰੋ ਬਹੁਤ ਵੱਡੀ ਤਾਕਤ ਹੈ। ਇਹ ਤਾਂ ਭਗਤ ਨਾਮਦੇਵ ਜੀ ਦੇ ਕੋਲੇ ਆ ਕੇ ਪਰਮੇਸ਼ਰ ਕਹਿੰਦੇ ਹਨ, ਕੀ ਗੱਲ ਹੈ ਭਗਤਾ, ਤੈਨੂੰ ਕਿਹਨੇ ਦੁੱਖ ਦਿੱਤਾ ਹੈ? ਕਹੇ ਤਾਂ ਧਰਨੀ ਕੋਟੀ ਕਰੋ, ਕਹੇ ਤਾਂ ਧਰਤੀ ਟੇਢੀ ਕਰਦੇ ਆ, ਕਹੇ ਤਾਂ ਲੈ ਕਰ ਉੱਪਰ ਕਰੋ, ਮਾਰ ਦਿਆ ਸਭ ਨੂੰ। ਪਰ ਭਗਤ ਜੀ ਕਹਿੰਦੇ ਨਹੀਂ ਮਹਾਰਾਜ, ਮਾਰੇ ਵਾਸਤੇ ਮਾਰਨੇ ਆ। ਫਿਰ ਕਹਿੰਦੇ ਆ ਗਾਂ ਜਿਉਂਦੀ ਕਰਦੇ ਆ, ਕਹਿੰਦੇ ਚਾਲੇ ਜਿਉਂਦੀ ਕਰ ਦਿਓ, ਬੱਚਾ ਵੀ ਭੁੱਖਾ ਰੰਭੀ ਜਾਂਦਾ, ਕੱਲ ਨੂੰ ਰੱਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਪਰਮੇਸ਼ਰ ਦੇ ਪਿਆਰਿਆਂ ਦੇ ਹੱਥ ਵਿੱਚ ਤਾਕਤ ਬੜੀ ਹੁੰਦੀ ਆ, ਪਰ ਉਸ ਤਾਕਤ ਨੂੰ ਵਰਤਦੇ ਨਹੀਂ। ਸਗਲ ਸਮਾਜ ਸਾਥ ਲੈ ਸਤਿਗੁਰ ਸੈਨਾ ਸਿੰਘਨ ਕੀਰੀ। ਪਰ ਅਸਲ ਦੇ ਵਿੱਚ ਹੁਣ ਅੰਦਰ ਕਿਲੇ 'ਚ ਵੀ ਕਿੰਨਾ ਚਿਰ ਬੈਠੇ ਰਹੀਏ? ਇਹ ਦੁਸ਼ਟ ਤਾਂ ਹਾਰ ਕੇ ਬੈਠ ਗਿਆ, ਹੁਣ ਹਮਲਾ ਕਰਨ ਨੂੰ ਵੀ ਤਿਆਰ ਨਹੀਂ। ਇਸ ਕਰਕੇ ਸਤਿਗੁਰ ਨੇ ਦੋ ਹੱਥ ਕਰਨ ਲਈ ਕਿਲਾ ਛੱਡਣਾ ਵੀ ਠੀਕ ਸਮਝਿਆ। ਕਹਿੰਦੇ ਕੋਈ ਗੱਲ ਨਹੀਂ ਸਿੰਘੋ, ਕਿਲੇ 'ਚੋਂ ਬਾਹਰ ਨਿਕਲਾਂਗੇ ਤਾਂ ਫੇਰ ਹੀ ਗੱਲ ਬਣਨੀ ਹੈ। ਕਹੇ ਤਿਆਰ ਅਨੰਦਪੁਰ ਸੂਰਨ ਹੈ ਅਰੂੜ ਤਿਸ ਬੇਰੀ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਿਆਂ ਨੂੰ ਹੁਕਮ ਦੇ ਦਿੱਤਾ ਹੈ, ਆਪਣੇ ਪਰਿਵਾਰ ਨੂੰ ਵੀ ਦੇ ਦਿੱਤਾ ਹੈ, ਸਾਰੀ ਤਿਆਰੀ ਕੀਤੀ ਹੈ।
ਦੋਨੇ ਜਿਹੜੀਆਂ ਮਾਤਾਵਾਂ ਹਨ, ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ, ਮਾਤਾ ਜੀਤੋ ਜੀ ਕਾਫੀ ਸਮਾਂ ਪਹਿਲਾਂ ਸਰੀਰ ਤਿਆਗ ਚੁੱਕੇ ਆ। ਔਰ ਇਹਨਾਂ ਦੋਹਾਂ ਨੂੰ ਸੇਵਾ ਦੇ ਵਿੱਚ ਭਾਈ ਮਨੀ ਸਿੰਘ ਹੋਰਾਂ ਨੂੰ ਛੱਡਿਆ ਕਿ ਤੁਸੀਂ ਇਹਨਾਂ ਦੋਹਾਂ ਮਾਤਾਵਾਂ ਨੂੰ ਲੈ ਕੇ ਇੱਕ ਸਾਈਡ ਤੋਂ ਨਿਕਲ ਜਾਣਾ, ਦਿੱਲੀ ਵੱਲ ਚਲੇ ਜਾਣਾ ਹੈ। ਇਹਨਾਂ ਦੀ ਇੱਜ਼ਤ ਤੇ ਆਂਚ ਨਹੀਂ ਆਉਣੀ ਚਾਹੀਦੀ। ਇਹੋ ਯੋਧਿਆਂ ਨੂੰ ਨਾਲ ਭੇਜ ਕੇ ਮਾਤਾਵਾਂ ਦੀ ਸੇਵਾ 'ਚ ਉਹਨਾਂ ਨੂੰ ਤੋੜ ਦਿੱਤਾ ਇੱਕ ਸਾਈਡ ਨੂੰ। ਔਰ ਫਿਰ ਮਾਤਾ ਗੁਜਰੀ ਜੀ ਨੂੰ ਨਾਲ ਲਿਆ। ਦੋਨੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਹਨ ਛੋਟੇ, ਤੇ ਵੱਡੇ ਸਾਹਿਬਜ਼ਾਦੇ ਆਪਣੇ ਘੋੜਿਆਂ ਤੇ ਸਵਾਰ ਹਨ, ਬੜੇ ਉਡਾਰ ਹੋ ਚੁੱਕੇ ਆ। ਭਾਵੇਂ ਉਮਰ ਉਹਨਾਂ ਦੀ ਬਹੁਤ ਛੋਟੀ ਸੀ, ਛੋਟੇ ਸਾਹਿਬਜ਼ਾਦਿਆਂ ਦੀ ਛੋਟੀ ਤਾਂ ਸੀਗੀ, ਪਰ ਅੱਜ ਦੇ ਹਿਸਾਬ ਨਾਲ ਜੇ ਵੱਡੇ ਸਾਹਿਬਜ਼ਾਦਿਆਂ ਦੀ ਉਮਰ ਵੀ ਸਮਝੀਏ ਤੇ 13 ਤੇ 17 ਸਾਲ ਦੀ ਉਮਰ, ਬਹੁਤ ਛੋਟੀ ਉਮਰ ਉਹਨਾਂ ਦੀ ਵੀ। ਪਰ ਫਿਰ ਵੀ ਗੁਰੂ ਪਿਆਰਿਓ ਉਹ ਯੋਧੇ ਬਣ ਚੁੱਕੇ ਸੀ। ਉਹ ਆਪਣੇ ਘੋੜਿਆਂ ਤੇ ਸਵਾਰ, ਸਿੰਘ ਆਪੋ ਆਪਣੇ ਘੋੜਿਆਂ ਤੇ ਸਵਾਰ। ਪਾਤਸ਼ਾਹ ਜੀ ਦਾ ਵੀ ਘੋੜਾ ਆ ਗਿਆ ਹੈ, ਸਤਿਗੁਰੂ ਵੀ ਸਵਾਰ ਹੋ ਗਏ ਜੀ। ਨਿਕਸ ਚਲੇ ਜਬ ਬਜਿਉ ਦਮਾਮਾ ਆਕੇ ਭਈ ਗੋਸਾਈ। ਧੰਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਹਨ ਔਰ ਨਗਾਰੇ ਤੇ ਚੋਟ ਲਾਈ ਹੈ ਸਿੰਘਾਂ ਨੇ, ਕਿਲੇ ਨੂੰ ਛੱਡ ਦਿੱਤਾ ਹੈ ਜੀ। ਅਬਰ ਕਿਸੂ ਕੇ ਨਹਿ ਮਨ ਭਾਵੈ ਕਰ ਤਿਆਗਨ ਸਮਦਾਈ। ਕਿਉਂ ਗੁਰੂ ਪਿਆਰਿਓ, ਭਾਵੇਂ ਕਿ ਜੀ ਨਹੀਂ ਸੀ ਕਰਦਾ ਸਿੰਘਾਂ ਦਾ ਜਾਣ ਨੂੰ, ਪਰ ਸਤਿਗੁਰਾਂ ਨੇ ਤਿਆਗ ਦਿੱਤਾ ਹੈ। ਇਤਨੇ ਲਰੇ ਮਰੇ ਸੰਗ ਸ਼ਸਤਰ ਨ ਬਲ ਕਰ ਪੁਰ ਕੋ ਰਾਖਾ। ਔਰ ਸਿੰਘ ਸੋਚਦੇ ਆ ਇੰਨੀਆਂ ਲੜਾਈਆਂ ਕੀਤੀਆਂ, ਇਹਨੇ ਸ਼ਸਤਰ ਚਲਾਏ, ਆਪਣੀ ਤਾਕਤ ਦੇ ਨਾਲ ਅਸੀਂ ਅਨੰਦਪੁਰ ਸਾਹਿਬ ਨੂੰ ਵਸਾ ਕੇ ਰੱਖਿਆ। ਅਬ ਸੁਖੇ ਨਹੀਂ ਤਜ ਕਰ ਗਮਨੇ ਕਹਾਂ ਗੁਰੂ ਅਭਿਲਾਖਾ। ਪਰ ਅੱਜ ਬਿਨਾਂ ਹੀ ਸ਼ਸਤਰਾਂ ਦੇ ਗੁਰੂ ਸਾਹਿਬ ਆਪਣੀ ਮੌਜ ਦੇ ਨਾਲ ਹੀ ਸਰੀਰ ਆਪਣਾ ਅਨੰਦਪੁਰ ਸਾਹਿਬ ਨੂੰ ਛੱਡ ਕੇ ਤੁਰ ਪਏ ਹਨ। ਪਤਾ ਨਹੀਂ ਇਹਨਾਂ ਦੀ ਕੀ ਇੱਛਾ ਹੈ। ਦੋਹਰਾ ਕਹਿਓ ਕੂਚ ਸਤਿਗੁਰ ਚਲੇ ਸੰਗ ਖਾਲਸਾ ਵੀਰ। ਇਸ ਤਰ੍ਹਾਂ ਗੁਰੂ ਪਿਆਰਿਓ ਕੂਚ ਕਰ ਦਿੱਤਾ ਹੈ ਸਤਿਗੁਰਾਂ ਨੇ, ਸੰਗ ਖਾਲਸਾ ਪੰਥ ਜੋਦੇ ਚੱਲ ਪਏ ਜੀ। ਵਿਜੇ ਨਾਦ ਰਣਜੀਤ ਕੋ ਸੁਣਤ ਅਤੀਰਜ ਪੀਰ। ਔਰ ਜਦੋਂ ਗੁਰੂ ਪਿਆਰਿਓ ਨਗਾਰੇ ਤੇ ਚੋਟ ਲਾਈ ਹੈ ਤੇ ਚੋਟ ਵੀ ਜਿੱਤ ਦੀ ਲਾਈ ਹੈ, ਕਿਉਂਕਿ ਨਗਾਰੇ ਨੂੰ ਵਜਾਉਣ ਦੇ ਅਲੱਗ-ਅਲੱਗ ਢੰਗ ਹੁੰਦੇ ਨੇ। ਇੱਕ ਐਸੇ ਢੰਗ ਨਾਲ ਵਜਾਇਆ ਜਾਂਦਾ ਹੈ ਕਿ ਅਸੀਂ ਜਿੱਤ ਗਏ ਹਾਂ, ਅਸੀਂ ਹਾਰੇ ਹੋਏ ਨਹੀਂ ਜਾ ਰਹੇ, ਜਿੱਤ ਕੇ ਜਾ ਰਹੇ ਹਾਂ ਜੰਗਾਂ ਨੂੰ। ਇਸ ਤਰ੍ਹਾਂ ਨਾਲ ਜਾਂ ਨਗਾਰੇ ਤੇ ਚੋਟ ਲਾਈ ਤੇ ਪਹਾੜੀਆਂ ਦੇ ਦਿਲ ਕੰਬਣ ਲੱਗੇ ਜੀ। ਕਬ ਕਹਿਓ ਖਾਲਸੇ ਜੂਰ ਹਾਥ ਨਿਰਪਤੇ ਆਨਪੁਰ ਤਿਆਗਨਾਥ। ਤਾਂ ਗੁਰੂ ਪਿਆਰਿਓ ਖਾਲਸਾ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ। ਪਰਸਾ ਸੋ ਲਿਓ ਆਪਣਾ ਜ਼ਰੂਰ ਲੁੱਟ ਗ੍ਰਾਮ ਪਾਏ ਉਜਰੇ ਕਹਿਲੂਰ। ਬਾਦਸ਼ਾਹ ਕੀ ਹੁਕਮ ਹੈ? ਕਹਿੰਦੇ ਜੇ ਪਿੱਛੇ ਆਉਂਦੇ ਆ ਹੁਕਮ ਬਦਲਾ ਆਪਣੇ ਤੇ ਹਮਲਾ ਕਰਨ ਲਈ ਤੇ ਫਿਰ ਬਦਲਾ ਲੈਣਾ, ਫਿਰ ਆਪਾਂ ਹੱਥ ਵਿੱਚ ਵੰਗਾਂ ਨਹੀਂ ਪਾਈਆਂ ਹੋਈਆਂ ਕੋਈ, ਇਹਨਾਂ ਤੋਂ ਬਦਲਾ ਜ਼ਰੂਰ ਲੈਣਾ ਹੈ। ਸੁਖ ਸੰਗ ਅਬੇ ਕਿਮ ਬਸਨ ਦੇ ਹੈ ਕਰਹਿ ਉਜਾਰ ਗ੍ਰਾਮਣ ਥੇ ਹੈ। ਇਸ ਤਰ੍ਹਾਂ ਹੁਣ ਇਹਨਾਂ ਨੂੰ ਸੁਖ ਨਾਲ ਕਿਵੇਂ ਵਸਣ ਦੇਵਾਂਗੇ ਜਿਨ੍ਹਾਂ ਨੇ ਸਾਡੇ ਤੇ ਹਮਲੇ ਕੀਤੇ ਹਨ। ਸੁਣ ਕਰ ਸੋ ਭਾਗ ਸਤਿਗੁਰ ਬਖਾਨ ਲਿਓ ਮਾਰ ਲੂਟ ਕਰੀਏ ਨਿਧਾਨ। ਜੇ ਇਹ ਹਮਲਾ ਕਰਨਗੇ ਤੇ ਇਹਨਾਂ ਦੀ ਲੁੱਟ ਮਾਰ ਕਰ ਲੈਣੀ ਹੈ। ਜੋ ਲਰਨ ਆਏ ਹਨੀਏ ਤੁਫੰਗ ਤਬ ਗਿਓ ਖਾਲਸਾ ਕਰਨ ਜੰਗ। ਜਿਹੜਾ ਤੁਹਾਡੇ ਤੇ ਹਮਲਾ ਕਰਨ ਆਵੇ ਉਹਨੂੰ ਬੰਦੂਕ ਚਲਾ ਕੇ ਮਾਰ ਦੇਣਾ ਹੈ। ਨਿਰਮੋਹ ਨਾਮ ਜੇਠਾ ਸਥਾਨ ਉਤਰੇ ਸੋ ਪਿਰਤੀ ਪਰ ਗੁਰ ਸੁਜਾਨ। ਇਸ ਤਰ੍ਹਾਂ ਇੱਕ ਅਨੰਦਪੁਰ ਨੂੰ ਛੱਡ ਕੇ ਸਰਸਾ ਤੋਂ ਪਹਿਲਾਂ ਇੱਕ ਜਗ੍ਹਾ ਆਉਂਦੀ ਹੈ ਨਿਰਮੋਹ। ਉਸ ਥਾਂ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਵੀ ਘੋੜੇ ਤੋਂ ਉਤਰ ਖੜੇ ਔਰ ਜਬ ਲੂਟਿਓ ਦੇਸ਼ ਕੀਰਤ ਪਨ ਕੀਰਾ ਸ਼ਤਰਨ ਸੈਨ ਪਹੁੰਚੀ ਬਡੇਰ। ਜਦੋਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਸ ਨਿਰਮੋਹ ਦੇ ਸਥਾਨ ਤੇ ਪਹੁੰਚਣਾ ਕੀਤਾ ਹੈ ਤਾਂ ਪਹਾੜੀਆਂ ਨੇ ਆਪਣੀ ਫੌਜ ਲੈ ਕੇ ਸਤਿਗੁਰਾਂ ਤੇ ਹਮਲਾ ਕਰ ਦਿੱਤਾ ਜੀ। ਜੇ ਸਮੂਹ ਨਿਰਪ ਭੀਮ ਚੰਦ ਜੇ ਸੰਗ ਹਡੂਰੇ ਭੂਮ ਚੰਦ। ਔਰ ਪਹਾੜੀਏ ਭੀਮ ਚੰਦ ਨੇ ਹਡੂਰੀਏ ਨੇ ਇਹਨਾਂ ਨੇ ਆਪਣੀ ਫੌਜ ਸਤਿਗੁਰਾਂ ਤੇ ਹਮਲਾ ਕਰਨ ਲਈ
ਭੇਜ ਦਿੱਤੀ ਹੈ। ਸਗਰੇ ਗਰੀਸ਼ ਮਨ ਅਧਿਕ ਚਾਵ ਨਹਿ ਦੁਰਗ ਕੋਟਮ ਵਾਸ ਥਾਵ। ਔਰ ਹੁਣ ਇਹਨਾਂ ਨੂੰ ਬੜਾ ਚਾਅ ਚੜਿਆ ਹੋਇਆ ਹੈ ਕਿ ਹੁਣ ਗੁਰੂ ਕਿਲੇ ਤੋਂ ਬਾਹਰ ਹੈ, ਹੁਣ ਇਹਨਾਂ ਦੇ ਕੋਲੇ ਬਚਣ ਦੇ ਲਈ ਕੋਈ ਓਟ ਆਸਰਾ ਨਹੀਂ ਹੈ, ਆਪਾਂ ਇਹਨਾਂ ਤੇ ਹਮਲਾ ਕਰਦੇ ਹੋ। ਇਹ ਭਈ ਬਹੁਤ ਆਛੀ ਲਖੇ ਹੈ ਗੁਰ ਅਨੰਦਪੁਰਾ ਤਜ ਦੀਨ ਗ੍ਰਹਿ ਹੈ। ਵਧੀਆ ਹੋ ਗਿਆ, ਗੁਰੂ ਕਿਲੇ ਚੋਂ ਨਿਕਲ ਕੇ ਬਾਹਰ ਆ ਗਿਆ ਹੈ। ਰਹਿ ਪਰਤ ਜੋਰ ਹੈ ਜਤਨ ਨਾਹੇ ਨਰ ਕਰ ਸੋ ਮਰੇ ਪਾਟੇ ਅਨਕ ਤਾਹੇ। ਆਓ ਇਹਨਾਂ ਦੀਆਂ ਫੌਜਾਂ ਨੂੰ ਹੁਣ ਲੜਾਈ ਕਰਕੇ ਮਾਰ ਦਈਏ। ਕਿਲੇ ਦੇ ਵਿੱਚ ਤਾਂ ਆਪਣਾ ਬਲ ਨਹੀਂ ਸੀ ਪੈਂਦਾ, ਫੌਜ ਨਹੀਂ ਸੀ ਪੈਂਦਾ, ਪਰ ਹੁਣ ਤਾਂ ਇਹ ਕਿਲੇ ਤੋਂ ਬਾਹਰ ਆ ਗਏ ਹਨ। ਇਹ ਸੋਚ ਕੇ ਭੀਮ ਚੰਦ ਵਰਗਿਆਂ ਨੇ ਫੌਜ ਲੈ ਕੇ ਸਤਿਗੁਰਾਂ ਦੀ ਫੌਜ ਤੇ ਹਮਲਾ ਕਰ ਦਿੱਤਾ ਜੀ। ਮਿਲ ਮਿਲ ਗ੍ਰੀਸ਼ ਮੰਦ ਪਾਏ ਪੈਦਲ ਤੁਰੰਗ ਦੀਨਸ ਪਠਾਏ। ਔਰ ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਆਪਣੀ ਫੌਜ ਘੋੜ ਸਵਾਰ ਪੈਦਲ ਫੌਜ ਭੇਜ ਦਿੱਤੀ ਆ। ਜੇਤੇ ਕੇ ਸੈਨ 22 ਧਾਰ ਦੁਦਬ ਬਜਾਏ ਹਥਿਆਰ ਧਾਰ। ਜਿੰਨੀ ਕਿ ਇਹਨਾਂ ਪਹਾੜੀ ਰਾਜਿਆਂ ਕੋਲੇ ਫੌਜ ਸੀ, ਇਹ ਵੀ ਨਗਾਰੇ ਤੇ ਚੋਟ ਲਾ ਕੇ ਲੜਨ ਵਾਸਤੇ ਬਾਹਰ ਨਿਕਲੀਆਂ ਫੌਜਾਂ ਨਾਲ ਆ ਗਏ। ਚਲੋ ਮਨੋ ਔਰਡੀ ਗੰਗ ਧਾਰ ਅਨਗਨ ਤੁਫੰਗ ਖਰ ਖੜਗ ਧਾਰ। ਇਸ ਤਰ੍ਹਾਂ ਓਰਡੀ ਭਾਵ ਓੜ ਬੜੀ ਬੇਅੰਤ ਸੈਨਾ ਇਹਨਾਂ ਪਹਾੜੀਆਂ ਦੀ ਆ ਗਈ ਹੈ। ਗੰਗ ਧਾਰ ਜਿਵੇਂ ਗੰਗਾ